ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। हरिदास ਗਵਾਲੀਅਰ ਦੇ ਕਿਲੇ ਵਾਲੀ ਜੇਲ੍ਹ ਦਾ ਦਰੋਗਾ ਸੀ। ਉਹ ਜਾਤ ਤੋਂ ਹਿੰਦੂ ਵਣਜਾਰਾ ਸੀ, ਪਰ ਮੁਗਲਿਆ ਸਰਕਾਰ ਦਾ ਵਫਾਦਾਰ ਮੁਲਾਜ਼ਮ ਸੀ। ਹਰੀਦਾਸ ਇੱਕ ਨੇਕ ਦਿਲ ਵਾਲਾ ਇਨਸਾਨ ਅਤੇ ਧਾਰਮਿਕ ਖਿਆਲਾਂ ਦਾ ਧਾਰਨੀ ਸੀ। ਹਰੀਦਾਸ ਹਰ ਵੇਲੇ ਰੱਬ ਦਾ ਖੌਫ ਦਿਲ ਵਿੱਚ ਰੱਖਦਾ ਸੀ ਅਤੇ ਸਾਧੂ ਸੰਤਾਂ ਦੀ ਸੇਵਾ ਕਰਨੀ ਪੁੰਨ ਸਮਝਦਾ ਸੀ। 1611 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਜ਼ਰਬੰਦ ਕੀਤੇ ਗਏ ਤਾਂ ਹਰੀਦਾਸ ਉਸ ਵੇਲੇ ਜੇਲ੍ਹ ਦਾ ਦਰੋਗਾ ਸੀ। ਉਸ ਵੇਲੇ ਜੇਲ੍ਹ ਵਿੱਚ 52 ਛੋਟੇ-ਮੋਟੇ ਰਾਜੇ ਅਤੇ ਹੋਰ ਵੀ ਖੁੰਖਾਰ ਕੈਦੀ ਸਨ। ਹਰੀਦਾਸ ਨੂੰ ਇਹ ਇਲਮ ਸੀ ਕਿ ਜਿਹੜਾ ਇੱਕ ਵਾਰ ਉਸ ਦੀ ਜੇਲ੍ਹ ਵਿੱਚ ਆ ਗਿਆ, ਉਸਨੇ ਕਦੀ ਵੀ ਵਾਪਸ ਨਹੀਂ ਜਾਣਾ। ਉਸ ਨੂੰ ਆਜ਼ਾਦੀ ਸਰੀਰ ਛੱਡਣ ਤੋਂ ਬਾਅਦ ਹੀ ਮਿਲ ਸਕਦੀ ਸੀ। ਕੈਦੀਆਂ ਦਾ ਕਿਰਿਆਕਰਮ ਵੀ ਹਰੀਦਾਸ ਹੀ ਕਰਦਾ ਸੀ। ਗੁਰੂ ਜੀ ਦੇ ਆਉਣ ਨਾਲ ਗਵਾਲੀਅਰ ਦੀ ਜੇਲ੍ਹ ਸਤਸੰਗ ਬਣ ਗਈ। ਆਤਮਕ ਖੁਰਾਕ ਦੇ ਨਾਲ ਖਾਦ ਖੁਰਾਕ ਵਿੱਚ ਵੀ ਸੁਧਾਰ ਹੋ ਗਿਆ ਸੀ। ਗੁਰੂ ਜੀ ਦੀ ਸੰਗਤ ਵਿੱਚ ਸਾਰੇ ਕੈਦੀ ਰਲ ਕੇ ਬਹਿੰਦੇ ਸਨ ਅਤੇ ਆਤਮਕ ਆਨੰਦ ਮਾਣਦੇ ਸਨ। ਇਸ ਲਈ ਸਾਰੇ ਕੈਦੀ ਖੁਸ਼ ਰਹਿਣ ਲੱਗੇ। ਇਸ ਨਵੀਂ ਤਬਦੀਲੀ ਨੇ ਹਰੀਦਾਸ ਨੂੰ ਵੀ ਖਿੱਚ ਪਾਈ। ਉਹ ਵੀ ਸੰਗਤ ਵਿੱਚ ਜੁੜ ਕੇ ਬੈਠਣ ਲੱਗ ਪਿਆ। ਮਹਾਰਾਜ ਜੀ ਦੀ ਐਸੀ ਕਿਰਪਾ ਹੋਈ ਕਿ ਹਰੀਦਾਸ ਗੁਰੂ ਜੀ ਦੇ ਚਰਨਾਂ ਦਾ ਭੌਰਾ ਬਣ ਗਿਆ। ਉਹ ਦਿਨ ਰਾਤ ਗੁਰੂ ਜੀ ਦੀ ਸੇਵਾ ਵਿੱਚ ਗੁਜ਼ਾਰਨ ਲੱਗ ਪਿਆ ਸੀ। ਹਰੀਦਾਸ ਪੁਰਾਣਾ ਦਰੋਗਾ ਸੀ। ਉਸ ਨੂੰ ਸ਼ਾਹੀ ਚਾਲਾਂ ਦਾ ਪਤਾ ਸੀ ਕਿ ਕਿਵੇਂ ਕੈਦੀਆਂ ਨੂੰ ਖਾਣੇ ਵਿੱਚ ਮਿੱਠੀ ਜ਼ਹਿਰ ਦੇ ਕੇ ਮਾਰਿਆ ਜਾਂਦਾ ਹੈ। ਇਸ ਕਰਕੇ ਹਰੀਦਾਸ ਗੁਰੂ ਜੀ ਲਈ ਖੁਦ ਖਾਣਾ ਘਰੋਂ ਲੈ ਕੇ ਆਉਂਦਾ ਸੀ। ਗੁਰੂ ਜੀ ਦੀ ਕਿਰਪਾ ਨਾਲ ਹਰੀਦਾਸ ਨੇ ਕਿਲੇ ਦੇ ਅੰਦਰ ਕੈਦੀਆਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ। ਕਿਸੇ ਨੂੰ ਵੀ ਕਸ਼ਟ ਨਹੀਂ ਸੀ ਹੋਣ ਦਿੰਦਾ। ਗੁਰੂ ਜੀ ਦੀ ਸੰਗਤ ਵਿੱਚ ਉਸ ਨੂੰ ਬਹੁਤ ਆਨੰਦ ਆਉਂਦਾ ਸੀ। ਪਰ ਕਦੇ-ਕਦੇ ਗੁਰੂ ਜੀ ਨੂੰ ਬੰਦੀ ਦੇਖ ਕੇ ਉਦਾਸ ਵੀ ਹੋ ਜਾਂਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਗੁਰੂ ਜੀ ਨੂੰ ਬੰਦੀ ਬਣਾ ਕੇ ਰੱਖਿਆ ਜਾਵੇ। ਹਰੀਦਾਸ ਨੂੰ ਕਰੀਬ 2 ਸਾਲ ਗੁਰੂ ਜੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਹਰੀਦਾਸ ਦੀ ਜੇਲ੍ਹ ਵਿੱਚ ਇੱਕ ਗੰਗੂ ਨਾਮ ਦਾ ਖੁੰਖਾਰ ਡਾਕੂ ਵੀ ਰਹਿੰਦਾ ਸੀ। ਉਸ ਨੂੰ ਹਨੇਰੀ ਕੋਠੜੀ ਵਿੱਚ ਨਰਕ ਭੋਗਦੇ ਨੂੰ 7 ਸਾਲ ਹੋ ਚੁੱਕੇ ਸਨ। ਉਸਨੇ ਬੜੇ ਕਤਲ ਤੇ ਡਾਕੇ ਮਾਰੇ ਸਨ। ਉਹ ਉਮਰ ਕੈਦ ਦੀ ਸਜ਼ਾ ਭੋਗ ਰਿਹਾ ਸੀ। ਕਦੇ-ਕਦੇ ਸਤਸੰਗ ਦੀ ਆਵਾਜ਼ ਉਸ ਦੇ ਵੀ ਕੰਨੀ ਪੈ ਜਾਇਆ ਕਰਦੀ ਸੀ ਤਾਂ ਉਸ ਨੂੰ ਅਜੀਬ ਕਿਸਮ ਦਾ ਸਕੂਨ ਮਿਲਦਾ ਸੀ। ਗੰਗੂ ਦੇ ਮਨ ਵਿੱਚ ਵੀ ਗੁਰੂ ਜੀ ਨੂੰ ਮਿਲਣ ਦੀ ਅਭਿਲਾਸ਼ਾ ਜਾਗ ਪਈ। ਇੱਕ ਦਿਨ ਹਰੀਦਾਸ ਦੌਰਾ ਕਰਦਾ ਹੋਇਆ ਗੰਗੂ ਦੀ ਕੋਠੜੀ ਦੇ ਪਾਸ ਦੀ ਲੰਘਿਆ ਤਾਂ ਗੰਗੂ ਨੇ ਰੱਬ ਦਾ ਵਾਸਤਾ ਪਾ ਕੇ ਮਿਹਨਤ ਕੀਤੀ ਕਿ ਉਹ ਉਸ ਨੂੰ ਉਸ ਮਹਾਂਪੁਰਸ਼ ਦੇ ਦਰਸ਼ਨ ਕਰਾ ਦੇਵੇ। ਹਰੀਦਾਸ ਬੜਾ ਹੈਰਾਨ ਹੋਇਆ ਤੇ ਪੁੱਛਿਆ ਕਿ ਤੂੰ ਰੱਬ ਨੂੰ ਤਾਂ ਮੰਨਦਾ ਨਹੀਂ, ਇਹ ਤੇਰੀ ਕੋਈ ਚਾਲ ਤਾਂ ਨਹੀਂ? ਕਿਤੇ ਤੈਨੂੰ ਖੁੱਲ੍ਹਾ ਛੱਡ ਦਈਏ ਅਤੇ ਤੇਰਾ ਭੱਜਣ ਜਾਂ ਆਤਮ ਹੱਤਿਆ ਕਰਨ ਦਾ ਇਰਾਦਾ ਤਾਂ ਨਹੀਂ? ਜੇ ਤੂੰ ਭੱਜ ਗਿਆ ਤਾਂ ਮੈਂ ਤਾਂ ਜਿਉਂਦੇ ਜੀ ਹੀ ਮਰ ਜਾਵਾਂਗਾ। ਤੂੰ ਮੈਨੂੰ ਮਾਫ਼ ਹੀ ਕਰ ਦੇ। ਪਰ ਉਸਨੇ ਰੱਬ ਦੀ ਸਹੁੰ ਖਾ ਕੇ ਕਿਹਾ ਕਿ ਐਸਾ ਕੁਝ ਨਹੀਂ ਹੋਵੇਗਾ। ਜਦੋਂ ਤੁਸੀਂ ਮੈਨੂੰ ਛੱਡੋਗੇ ਮੈਂ ਉਦੋਂ ਹੀ ਜਾਵਾਂਗਾ, ਨਹੀਂ ਤਾਂ ਨਹੀਂ। ਇਹ ਤਾਂ ਮੈਨੂੰ ਵੀ ਪਤਾ ਹੈ ਕਿ ਮੈਂ 4 ਬੰਦਿਆਂ ਦੇ ਮੋਢਿਆਂ 'ਤੇ ਉਦੋਂ ਹੀ ਜਾਵਾਂਗਾ ਜਦੋਂ ਮੇਰਾ ਰਾਮ ਨਾਮ ਸਤ ਹੋ ਜਾਵੇਗਾ। ਮੇਰੀ ਇਹ ਅੰਤਿਮ ਇੱਛਾ ਹੈ ਕਿ ਮੈਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਕਰਵਾ ਦਿਓ, ਨਹੀਂ ਤਾਂ ਇਹ ਹਸਰਤ ਮੇਰੇ ਦਿਲ ਵਿੱਚ ਹੀ ਰਹਿ ਜਾਏਗੀ। ਹਰੀਦਾਸ ਨੇ ਗੁਰੂ ਜੀ ਦੀ ਓਟ ਲੈ ਕੇ ਗੰਗੂ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਅਤੇ ਗੁਰੂ ਜੀ ਦੇ ਪਾਸ ਲੈ ਗਿਆ। ਗੁਰੂ ਜੀ ਗੰਨਾ ਚੂਪ ਰਹੇ ਸਨ। ਗੰਗੂ ਨੇ ਗੁਰੂ ਜੀ ਦੇ ਚਰਨ ਪਕੜ ਲਏ ਅਤੇ ਰੋ ਰੋ ਕੇ ਜੀਵਨ ਦੀ ਸਾਰੀ ਵਿਆਖਿਆ ਸੁਣਾ ਦਿੱਤੀ। ਸਭ ਕੁਝ
ਸੱਚੋ ਸੱਚ ਬਿਆਨ ਕਰ ਦਿੱਤਾ। ਜਿਹੜੇ ਗੁਨਾਹ ਉਸਨੇ ਮਾਰ ਖਾ ਕੇ ਵੀ ਨਹੀਂ ਕਬੂਲੇ ਸਨ, ਉਹ ਵੀ ਉਸਨੇ ਗੁਰੂ ਜੀ ਨੂੰ ਦੱਸ ਦਿੱਤੇ। ਗੰਗੂ ਨੇ ਪਛਤਾਪ ਕਰਕੇ ਮਨ ਦੀ ਮੈਲ ਧੋ ਲਈ। ਗੰਗੂ ਨੇ ਗੁਰੂ ਜੀ ਦੇ ਚੂਸੇ ਛਿਲਕੇ ਚੂਸਣੇ ਸ਼ੁਰੂ ਕਰ ਦਿੱਤੇ। ਜਿਉਂ-ਜਿਉਂ ਉਹ ਛਿਲਕੇ ਚੂਸਦਾ ਗਿਆ, ਉਸ ਦਾ ਮਨ ਟਿਕਾਣੇ ਆਉਂਦਾ ਗਿਆ, ਉਸ ਦਾ ਮਨ ਸ਼ਾਂਤ ਹੋ ਗਿਆ। ਗੁਰੂ ਜੀ ਨੂੰ ਮੱਥਾ ਟੇਕ ਕੇ ਬੋਲਿਆ, ਦਰੋਗਾ ਜੀ, ਤੁਹਾਡੀ ਕਿਰਪਾ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਹਨ। ਹੁਣ ਮੇਰਾ ਮਨ ਹੌਲਾ ਹੋ ਗਿਆ ਹੈ। ਜਿਉਣ ਮਰਨ ਦੀ ਕੋਈ ਚਿੰਤਾ ਨਹੀਂ ਰਹੀ। ਮੇਰੇ ਮਨ 'ਤੇ ਬੜੇ ਚਿਰਾਂ ਦਾ ਬੋਝ ਸੀ, ਜੋ ਹੁਣ ਉਤਰ ਗਿਆ ਹੈ। ਮੇਰੇ ਕਸ਼ਟ ਕੱਟੇ ਗਏ ਹਨ ਤੇ ਮੇਰਾ ਮਨ ਅਰੋਗ ਹੋ ਗਿਆ ਹੈ। ਹੁਣ ਮੈਂ ਆਪਣੇ ਗੁਨਾਹਾਂ ਦਾ ਲੇਖਾ ਜੋਖਾ ਖੁਸ਼ੀ-ਖੁਸ਼ੀ ਦੇਵਾਂਗਾ। ਗੁਰੂ ਜੀ ਨੇ ਬਚਨ ਕੀਤਾ ਕਿ ਗੰਗੂ, ਸਤਨਾਮ ਵਾਹਿਗੁਰੂ ਜਪਿਆ ਕਰ, ਮਾਲਕ ਭਲੀ ਕਰੇਗਾ। ਗੰਗੂ 1 ਸਾਲ ਬਾਅਦ ਚੰਗੇ ਚਾਲ ਚੱਲਣ ਕਾਰਨ ਰਿਹਾ ਕਰ ਦਿੱਤਾ ਗਿਆ ਸੀ। ਹਰੀਦਾਸ ਗੰਗੂ ਵਿੱਚ ਆਈ ਤਬਦੀਲੀ ਦੇਖ ਕੇ ਬਹੁਤ ਹੈਰਾਨ ਤੇ ਖੁਸ਼ ਹੋਇਆ। 1613 ਈਸਵੀ ਵਿੱਚ ਜਹਾਂਗੀਰ ਨੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਦਿੱਤਾ। ਹਰੀਦਾਸ ਗੁਰੂ ਜੀ ਦੀ ਰਿਹਾਈ ਤੋਂ ਬਹੁਤ ਖੁਸ਼ ਹੋਇਆ ਤੇ ਗਮਗੀਨ ਵੀ ਹੋਇਆ। ਉਸ ਦਾ ਗੁਰੂ ਜੀ ਤੋਂ ਜੁਦਾ ਹੋਣ ਦਾ ਦਿਲ ਨਹੀਂ ਸੀ ਕਰਦਾ। ਗੁਰੂ ਜੀ ਨੇ ਉਦੋਂ ਤੱਕ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਜਦ ਤੱਕ ਬੇਕਸੂਰ ਬੰਦੀ ਰਿਹਾ ਨਹੀਂ ਕੀਤੇ ਜਾਂਦੇ। ਇਸ ਕੰਮ ਲਈ ਹਰੀਦਾਸ ਖੁਦ ਗਵਾਲੀਅਰ ਤੋਂ ਆਗਰੇ ਆਇਆ ਸੀ। ਹਰੀਦਾਸ ਨੂੰ ਪਤਾ ਸੀ ਕਿ ਏਲਚੀ ਦਾ ਆਉਣ ਜਾਣ ਵਿੱਚ ਬਹੁਤ ਸਮਾਂ ਲੱਗੇਗਾ ਤੇ ਜਹਾਂਗੀਰ ਦੀ ਜ਼ੁਬਾਨ ਦਾ ਕੋਈ ਭਰੋਸਾ ਨਹੀਂ। ਹਰੀਦਾਸ ਨੇ ਆਗਰੇ ਆ ਕੇ ਜਹਾਂਗੀਰ ਨੂੰ ਸਾਰੀ ਗੱਲ ਦੱਸੀ। ਜਹਾਂਗੀਰ ਨੇ ਹੁਕਮ ਕਰ ਦਿੱਤਾ ਕਿ ਜਿਹੜਾ ਵੀ ਗੁਰੂ ਜੀ ਦੇ ਚੋਲੇ ਦੀਆਂ ਕੰਨੀਆਂ ਪਕੜ ਕੇ ਨਿਕਲ ਸਕਦਾ ਹੈ, ਉਹ ਨਿਕਲ ਜਾਏ। ਹਰੀਦਾਸ ਨੇ ਮੁੜਦੇ ਪੈਰੀ ਵਾਪਸ ਆ ਕੇ ਇੱਕ 52 ਕਲੀਆਂ ਵਾਲਾ ਕੁੜਤਾ ਤਿਆਰ ਕਰਵਾਇਆ ਅਤੇ ਸਾਰੀ ਕਥਾ ਗੁਰੂ ਜੀ ਦੇ ਪਾਸ ਬਿਆਨ ਕੀਤੀ। ਗੁਰੂ ਜੀ ਨੇ ਕਲੀਆਂ ਵਾਲਾ ਕੁੜਤਾ ਖੁਸ਼ੀ-ਖੁਸ਼ੀ ਪਹਿਨ ਲਿਆ ਤੇ 52 ਰਾਜੇ ਗੁਰੂ ਜੀ ਦੇ ਲੜ ਲੱਗ ਕੇ ਕਿਲੇ ਤੋਂ ਬਾਹਰ ਆ ਗਏ ਸਨ। ਇਸ ਕਰਕੇ ਗੁਰੂ ਜੀ ਨੂੰ ਬੰਦੀ ਛੋੜ ਦਾਤਾ ਕਿਹਾ ਜਾਂਦਾ ਹੈ। ਭਾਵੇਂ ਗੁਰੂ ਜੀ ਹਰੀਦਾਸ ਦੀ ਜੇਲ੍ਹ ਵਿੱਚ ਬੰਦੀ ਸਨ, ਪਰ ਹਰੀਦਾਸ ਨੇ ਗੁਰੂ ਜੀ ਦੀ ਸੇਵਾ ਗੁਰੂ ਜਾਣ ਕੇ ਹੀ ਕੀਤੀ ਸੀ। ਹਰੀਦਾਸ ਦਿਲੋਂ ਜਾਨ ਨਾਲ ਗੁਰੂ ਜੀ ਦਾ ਸੇਵਕ ਬਣ ਚੁੱਕਾ ਸੀ। ਲੱਗਦੀ ਵਾਹ ਤੱਕ ਉਸਨੇ ਗੁਰੂ ਜੀ ਅਤੇ ਹੋਰ ਕੈਦੀਆਂ ਨੂੰ ਤਕਲੀਫ ਨਹੀਂ ਸੀ ਹੋਣ ਦਿੱਤੀ। ਹਰੀਦਾਸ ਦੀ ਨਰਮ ਦਿਲੀ ਨੇ ਹੀ ਗੰਗੂ ਵਰਗੇ ਪਾਪੀ ਦਾ ਪਾਰ ਉਤਾਰਾ ਕਰਵਾਇਆ ਸੀ। ਗਈ ਬਹੁੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਹੇ ਪ੍ਰਭੂ ਜੀ, ਤੁਸੀਂ ਆਤਮਿਕ ਜੀਵਨ ਦੀ ਗਵਾਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲੇ ਹੋ। ਤੁਸੀਂ ਵਿਕਾਰਾਂ ਦੀ ਕੈਦ ਵਿੱਚੋਂ ਛੁਡਾਉਣ ਵਾਲੇ ਹੋ। ਤੁਹਾਡਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ। ਤੁਸੀਂ ਜੀਵਾਂ ਨੂੰ ਦੁੱਖਾਂ ਤੋਂ ਮੁਕਤ ਕਰਨ ਵਾਲੇ ਹੋ। ਹੇ ਪ੍ਰਭੂ ਜੀ, ਮੈਂ ਕੋਈ ਚੰਗਾ ਕਰਮ, ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ। ਮੈਂ ਲੋਭ ਵਿੱਚ ਫਸਿਆ ਰਹਿੰਦਾ ਹਾਂ। ਮੈਂ ਮਾਇਆ ਦੇ ਮੋਹ ਵਿੱਚ ਗਰਸਿਆ ਰਹਿੰਦਾ ਹਾਂ। ਨਾਮ ਭਰਿਓ ਭਗਤ ਗੋਵਿੰਦ ਕਾ, ਇਹ ਰਾਖੋ ਪੈਜ ਤੁਮਹਾਰੀ। ਪਰ ਹੇ ਪ੍ਰਭੂ, ਮੇਰਾ ਨਾਮ ਗੋਬਿੰਦ ਦਾ ਭਗਤ ਪੈ ਗਿਆ ਹੈ, ਸੋ ਹੁਣ ਤੂੰ ਆਪਣੇ ਨਾਮ ਦੀ ਆਪ ਹੀ ਲਾਜ ਰੱਖ। ਹਰ ਜੀਓ ਨਿਮਾਣਿਆ ਤੂੰ ਮਾਣ, ਨਿਚੀਜਿਆਂ ਚੀਜ਼ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕੋ ਕੁਰਬਾਨ। ਹੇ ਪ੍ਰਭੂ ਜੀ, ਤੂੰ ਉਹਨਾਂ ਬੰਦਿਆਂ ਨੂੰ ਮਾਣ ਦਿੰਦਾ ਹੈ ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ। ਹੇ ਭਾਈ, ਮੇਰਾ ਗੋਬਿੰਦ ਨਕਾਰਿਆਂ ਨੂੰ ਵੀ ਆਦਰਯੋਗ ਬਣਾ ਦਿੰਦਾ ਹੈ। ਜੈਸਾ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ। ਹੇ ਭਾਈ, ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ, ਸੁਭਾਅ ਅਨੁਸਾਰ ਲੱਖਾਂ ਹੀ ਗਲਤੀਆਂ ਕਰਦਾ ਹੈ, ਉਸ ਦਾ ਪਿਓ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਵੀ ਹੈ, ਪਰ ਫਿਰ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੈ। ਇਸੇ ਤਰ੍ਹਾਂ ਪ੍ਰਭੂ ਪਿਤਾ ਵੀ
ਜੀਵਾਂ ਦੇ ਪਿਛਲੇ ਗੁਨਾਹ ਬਖਸ਼ ਲੈਂਦਾ ਹੈ ਤੇ ਅਗਾਂਹ ਵਾਸਤੇ ਜੀਵਨ ਦੇ ਠੀਕ ਰਸਤੇ ਉੱਤੇ ਪਾ ਦਿੰਦਾ ਹੈ। ਹਰ ਅੰਤਰਜਾਮੀ ਸਭ ਵਿਦ ਜਾਣੈ, ਤਾਂ ਕਿਸ ਪੈ ਆਖ ਸੁਣਾਈਐ। ਕਹਿਣਾ ਕਥਨ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ। ਹੇ ਭਾਈ, ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਜੀਵਾਂ ਦੀ ਹਰੇਕ ਆਤਮਿਕ ਹਾਲਤ ਨੂੰ ਜਾਣਦਾ ਹੈ। ਉਸ ਨੂੰ ਛੱਡ ਕੇ ਹੋਰ ਕਿਸ ਪਾਸ ਆਪਣੀ ਬਿਰਥਾ ਆਖ ਕੇ ਸੁਣਾਈ ਜਾ ਸਕਦੀ ਹੈ। ਹੇ ਭਾਈ, ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖੁਸ਼ ਨਹੀਂ ਹੁੰਦਾ। ਕਰਨੀ ਕਰਕੇ ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ। ਹੇ ਪ੍ਰਭੂ ਜੀ, ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇੱਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੁੱਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਹੇ ਭਾਈ, ਮਾਲਕ ਪ੍ਰਭੂ ਦਇਆਵਾਨ ਹੋ ਕੇ, ਕਿਰਪਾਲ ਹੋ ਕੇ ਆਪ ਹੀ ਜਿਸ ਮਨੁੱਖ ਦੀ ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮੇਲ ਦਿੰਦਾ ਹੈ, ਮਿਲਾ ਦਿੰਦਾ ਹੈ। ਇਸ ਤਰ੍ਹਾਂ ਉਸ ਮਨੁੱਖ ਦੇ ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਅੰਤ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਗੁਰੂ ਜਿਸ ਮਨੁੱਖ ਦੇ ਮੂੰਹ ਵਿੱਚ ਪਰਮਾਤਮਾ ਦਾ ਨਾਮ ਦਵਾਈ ਪਾ ਦਿੰਦਾ ਹੈ, ਉਹ ਮਨੁੱਖ ਆਤਮਿਕ ਆਨੰਦ ਵਿੱਚ ਜੀਵਨ ਬਤੀਤ ਕਰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।